अस्सलाम वालेकुम। ਵਿੰਸ ਅਕੈਡਮੀ ਦੇ ਪਲੇਟਫਾਰਮ ਤੋਂ ਪਿਆਰੇ ਸਾਥੀਓ, ਤੁਹਾਨੂੰ ਸਾਰਿਆਂ ਨੂੰ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ। ਅਸੀਂ ਇਸ ਲੈਕਚਰ ਦੇ ਵਿੱਚ ਪੰਜਾਬੀ ਦੇ ਨਿਸਾਬ ਨੂੰ ਥੋੜਾ ਜਿਹਾ ਡਿਸਕਸ ਕਰਾਂਗੇ ਕਿ ਕਿੱਦਾਂ ਨੰਬਰਾਂ ਦੀ ਵੰਡ ਕੀਤੀ ਗਈ ਹੈ ਤੇ ਚੰਗੇ ਨੰਬਰ ਲੈਣ ਲਈ ਸਾਨੂੰ ਕਿਹੜੇ-ਕਿਹੜੇ ਹਿੱਸਿਆਂ ਦੇ ਉੱਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਬੇਸਿਕਲੀ ਇਹਦੇ 7 ਹਿੱਸੇ ਨੇ, ਤੁਸੀਂ ਉਹਨਾਂ ਨੂੰ ਅਸੀਂ ਅੱਗੇ ਡਿਸਕਸ ਕਰਦੇ ਹਾਂ, ਜਿਹਦੇ ਵਿੱਚ ਜ਼ਬਾਨ ਤੇ ਜ਼ਬਾਨ ਦੀ ਤਾਰੀਖ, ਕਲਾਸਿਕੀ ਸ਼ਾਇਰੀ ਤੇ ਜਦੀਦ ਸ਼ਾਇਰੀ, ਜਿੱਥੋਂ ਤੁਸੀਂ ਸਾਰੇ ਵਾਕਿਫ ਹੋ ਕਿ ਮੌਜੂਦ ਹੁੰਦੀਆਂ ਨੇ। ਇਸ ਤੋਂ ਇਲਾਵਾ ਭਾਰੂ ਇਹਦੇ ਵਿੱਚ ਇਸਲਾਮੀ ਅਦਬ, ਤਹਿਲੀਕੀ ਨਸਰ, ਤਹਿਕੀਕੋ ਤਨਕੀਦ, ਇਸਨਾਫੋ ਅਦਬ ਤੇ ਲੋਕ ਅਦਬ ਸ਼ਾਮਿਲ ਨੇ। ਔਰ ਇਹਨਾਂ ਦੀ ਅੱਗੋਂ ਵੰਡ ਕਰੀਏ ਤੇ ਇਹਦੇ ਵਿੱਚ ਸ਼ਾਇਰੀ ਯਾਨੀ ਕਿ ਕੁਝ ਸ਼ਾਇਰੀ ਦੀ ਕਿਸਮਾਂ ਨੇ, ਉਹਦੇ ਵਿੱਚ ਨਸਰ ਸ਼ਾਮਿਲ ਹੈ ਤੇ ਲੋਕ ਅਦਬ ਸ਼ਾਮਿਲ ਨੇ। ਅਸੀਂ PMS ਦੇ ਪਰਚੇ ਨੂੰ ਇੱਕ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਪੰਜਾਬੀ ਦੇ CSS ਤੇ PMS ਦੇ ਵਿੱਚ ਕੁਝ ਕਦਰਾਂ ਮੁਸ਼ਤਰਕ ਨੇ, ਲੇਕਿਨ ਇਸ ਤੋਂ ਬਾਅਦ ਚੂੰਕਿ ਉਹ 200 ਨੰਬਰ ਦਾ ਪੇਪਰ ਹੈ ਤੇ ਉਹਨੂੰ ਅਸੀਂ ਅਗਲੇ ਹਿੱਸੇ ਦੇ ਵਿੱਚ ਕੰਪਲੀਟ ਕਰਾਂਗੇ। ਅਗਰ ਅਸੀਂ ਨੰਬਰ ਲੈਣ ਦੀ ਗੱਲ ਕਰੀਏ, ਕਹਾ ਤੇ ਇਹਨਾਂ ਨੇ ਇਹੀ ਹੈ ਕਿ ਜੀ ਜ਼ਬਾਨ ਦੀ ਤਾਰੀਖ ਤੋਂ 15 ਨੰਬਰ ਨੇ ਤੇ ਕਲਾਸਿਕੀ ਸ਼ਾਇਰੀ ਯਾਨੀ ਕਿ 15-15 ਦੇ ਡਿਵੀਜ਼ਨ ਦੇ ਨਾਲ ਸਾਡੇ ਵਿੱਚ ਇਸਲਾਮੀ ਅਦਬ ਉਹ ਹਿੱਸਾ ਹੈ ਜਿਹਦੇ 10 ਨੰਬਰਾਂ ਦੇ ਉੱਤੇ ਮੁਸ਼ਤਮਿਲ ਹੈ। ਲੇਕਿਨ ਇਹਦੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅਗਰ ਤੁਸੀਂ ਮਤਲਬ ਬਹੁਤ ਥੋੜ੍ਹਾ ਤੁਹਾਡੇ ਕੋਲ ਟਾਈਮ ਰਹਿ ਗਿਆ, ਵੇਲਾ ਥੋੜ੍ਹਾ ਹੈ, ਤੁਸੀਂ ਨੰਬਰ ਚੰਗੇ ਲੈਣਾ ਚਾਹੁੰਦੇ ਹੋ ਤੇ ਬੇਸਿਕਲੀ ਜਿਹੜੇ ਇਹ 3 ਪੋਰਸ਼ਨ ਹੈ ਨਾ, ਇਹ 3 ਪੋਰਸ਼ਨ ਕਰ ਲਓ ਤਾਂ ਤੁਸੀਂ ਮਾੜੇ ਹਾਲ ਦੇ ਵਿੱਚ ਵੀ 60 ਤੋਂ 70 ਨੰਬਰ ਬੜੀ ਆਸਾਨੀ ਦੇ ਨਾਲ ਲੈ ਸਕਦੇ ਹੋ। ਉਹ ਕਿੱਦਾਂ, ਇਹ ਮੈਂ ਤੁਹਾਨੂੰ ਦੱਸਦੀ ਹਾਂ। ਜ਼ੁਬਾਨ ਤੇ ਜ਼ੁਬਾਨ ਦੀ ਤਾਰੀਖ ਯਾਨੀ ਕਿ ਜ਼ਾਹਿਰੀ ਜੀ ਗੱਲ ਹੈ, ਪੰਜਾਬੀ ਦੀ ਗੱਲ ਹੋ ਰਹੀ ਹੈ ਤੇ ਪੰਜਾਬੀ ਜ਼ੁਬਾਨ ਤੇ ਉਹਦੀ ਤਾਰੀਖ ਦੀ ਹੀ ਗੱਲ ਅਸੀਂ ਇੱਥੇ ਕਰ ਰਹੇ ਹਾਂ। ਲੇਕਿਨ ਅਸੀਂ ਦੇਖੀਏ CSS ਦੇ ਨਿਸਾਬ ਨੂੰ ਖੋਲੀਏ ਤੇ ਕਲਾਸਿਕੀ ਸ਼ਾਇਰੀ ਤੇ ਜਦੀਦ ਸ਼ਾਇਰੀ, ਇਹਨਾਂ ਦੋਨਾਂ ਦੇ ਵਿੱਚ 6 ਸ਼ਾਇਰ ਮੌਜੂਦ ਨੇ ਔਰ ਇਹਨਾਂ ਦੇ ਆਪਸ ਦੇ ਵਿੱਚ ਬੜੀਆਂ ਮਿਲਦੀਆਂ ਜੁਲਦੀਆਂ ਗੱਲਾਂ ਨੇ। ਯਾਨੀ ਕਿ ਜਿਹੜੀ ਕਲਾਸਿਕੀ ਸ਼ਾਇਰੀ ਦੇ ਬਾਰੇ 'ਚ ਜਿਹੜੇ ਸਾਡੇ ਕੋਲ 6 ਰਾਈਟਰ ਨੇ ਉਹਨਾਂ ਦੇ ਬਾਰੇ 'ਚ ਤੇ ਸ਼ਾਇਰੀ ਜਦੀਦ ਸ਼ਾਇਰੀ ਦੇ ਵਿੱਚ ਜਿਹੜੇ ਸਾਡੇ ਕੋਲ 6 ਸ਼ਾਇਰ ਨੇ ਉਹਨਾਂ ਦੇ ਬਾਰੇ 'ਚ ਮੁਸ਼ਤਰਕ ਗੱਲਾਂ ਪਾਈਆਂ ਜਾਣਗੀਆਂ। ਉਸ ਤੋਂ ਬਾਅਦ ਅਸੀਂ ਇਸਲਾਮੀ ਅਦਬ ਦੀ ਗੱਲ ਕਰੀਏ ਤੇ ਇਹਦੇ ਵਿੱਚ ਨੌਸ਼ਾ ਗੰਜ ਬਖਸ਼ ਦੀ ਗੱਲ ਆ ਜਾਂਦੀ ਹੈ ਤੇ ਇੱਕ ਰਾਈਟਰ ਸਾਡੇ ਕੋਲ ਹੋਰ ਨੇ। ਇਸ ਤੋਂ ਬਾਅਦ ਅਗਰ ਤੁਸੀਂ ਜ਼ਿਆਦਾ ਡੀਟੇਲ 'ਚ ਕਰਨਾ ਚਾਹੁੰਦੇ ਹੋ ਤਾਂ ਫਿਰ ਤਖਲੀਕੀ ਨਸਰ ਵੀ ਆ ਜਾਂਦੀ ਹੈ, ਤਹਿਕੀਕੋ ਤਨਕੀਦ ਦਾ ਪੋਰਸ਼ਨ ਆਉਂਦਾ ਹੈ, ਅਸਨਾਫੇ ਅਦਬ ਔਰ ਲੋਕ ਅਦਬ ਸ਼ਾਮਿਲ ਹੈ। ਔਰ ਅਗਰ ਇਸਨਾਫੇ ਅਦਬ ਨੂੰ ਦੇਖੀਏ ਤਾਂ ਸ਼ਾਇਰੀ ਦੇ ਵਿੱਚ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਅੱਗੇ ਵੀ, ਸ਼ਾਇਰੀ ਹੈ, ਨਸਰ ਹੈ ਤੇ ਉਹਦੇ ਵਿੱਚ ਲੋਕ ਅਦਬ ਦਾ ਪੋਰਸ਼ਨ ਮੌਜੂਦ ਹੈ। ਠੀਕ ਹੈ, ਇਹਨੂੰ ਦੇਖੀਏ ਪਿਛਲੇ ਪਾਸਟ ਪੇਪਰਾਂ ਦੇ ਵਿੱਚ ਅਗਰ ਜਾਈਏ ਤਾਂ ਜਿਹੜੇ ਇਹ 2 ਪੋਰਸ਼ਨ ਨੇ ਕਲਾਸਿਕੀ ਸ਼ਾਇਰੀ ਵਾਲੇ, ਇਹਦੇ ਬਾਰੇ 'ਚ ਕਿਹਾ ਤਾਂ ਇਹੀ ਜਾਂਦਾ ਹੈ ਕਿ ਜੀ 30 ਨੰਬਰ ਦਾ ਪੋਰਸ਼ਨ ਹੈ, ਲੇਕਿਨ ਮਾੜੇ ਹਾਲ 'ਚ ਵੀ ਤੁਹਾਨੂੰ 60 ਨੰਬਰ ਦਾ ਪੇਪਰ ਇਹਦੇ ਵਿੱਚੋਂ ਆ ਜਾਂਦਾ ਜੇ ਪਾਸਟ ਪੇਪਰ ਦਾ ਅਸੀਂ ਐਨਾਲਿਸਿਸ ਕਰੀਏ ਤੇ 16 ਨੰਬਰ ਦੇ ਤੁਸੀਂ 5 ਜਿਹੜੇ ਸਵਾਲ ਨੇ ਹੱਲ ਕਰਨੇ ਹੁੰਦੇ ਨੇ। 16 5 80 ਸਾਨੂੰ ਨੂੰ ਪਤਾ ਹੈ ਕਿ 5 ਸਵਾਲ ਨੇ ਔਰ ਇਹਦੇ ਵਿੱਚ ਵੇਲੇ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੇਲੇ ਦੀ ਵੰਡ ਠੀਕ ਤਰ੍ਹਾਂ ਨਹੀਂ ਕਰਦੇ ਤੇ ਤੁਹਾਡਾ ਕੋਈ ਨਾ ਕੋਈ ਸਵਾਲ ਰਹਿ ਜਾਂਦਾ ਹੈ। ਤੇ ਬਿਹਤਰੀ ਇਹੀ ਹੁੰਦੀ ਹੈ ਕਿ ਤੁਸੀਂ ਬਜਾਏ ਦੇ ਕੇ ਪੇਪਰ 'ਚ ਤੁਸੀਂ ਇੱਕ ਸਵਾਲ ਦੀ ਲੰਬੀ ਡਿਟੇਲਸ ਦੇਵੋ, ਉਹਦੇ ਭਾਰੂ ਚੰਗਾ ਇਹੀ ਹੈ ਕਿ ਤੁਸੀਂ ਥੋੜ੍ਹਾ ਲਿਖੋ ਲੇਕਿਨ ਚੱਜ ਦਾ ਲਿਖੋ ਔਰ ਸਾਰੇ ਸਵਾਲ ਨੂੰ ਅਟੈਂਪਟ ਕਰਨ ਦੀ ਤੁਸੀਂ ਕੋਸ਼ਿਸ਼ ਕਰੋ। ਇਹ ਤੇ ਹੋ ਗਈ ਸਾਡੀ ਪੰਜਾਬੀ ਦੇ ਨਿਸਾਬ ਦੇ ਬਾਰੇ 'ਚ ਗੱਲ। ਹੁਣ ਅਗਲਾ ਸਵਾਲ ਇਹ ਆਉਂਦਾ ਹੈ ਕਿ ਪੰਜਾਬੀ ਜ਼ੁਬਾਨ ਜਾਂ ਪੰਜਾਬੀ ਨੂੰ ਆਪਸ਼ਨਲ ਦੇ ਤੌਰ ਤੇ ਕਿਉਂ ਲਿਆ ਜਾਵੇ। ਇਹ ਸਵਾਲ ਤੇ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜੀ ਪੰਜਾਬੀ ਨੂੰ ਐਜ਼ ਐਨ ਆਪਸ਼ਨਲ ਕਿਉਂ ਲੈਣਾ ਚਾਹੀਦਾ ਹੈ। ਤੇ ਸਭ ਤੋਂ 2 ਤੋਂ 3 ਬੜੀ ਬੁਨਿਆਦੀ ਗੱਲਾਂ ਨੇ। ਪੰਜਾਬ 'ਚ ਰਹਿੰਦੇ ਹੋਇਆਂ ਇਹ ਕਿੱਦਾਂ ਮੁਮਕਿਨ ਹੈ ਕਿ ਅਸੀਂ ਪੰਜਾਬੀ ਜ਼ੁਬਾਨ ਤੋਂ ਵਾਕਿਫ ਨਾ ਹੋਈਏ। ਸਾਨੂੰ ਪੰਜਾਬੀ ਕਿਸੇ ਨਾ ਕਿਸੇ ਚੰਗੇ ਮਾੜੇ ਹਾਲ ਦੇ ਵਿੱਚ ਬੋਲਣੀ ਤੇ ਸੁਣਨੀ ਪੈਂਦੀ ਹੈ ਸਾਡੇ ਰੋਜ਼ਮਰਾ ਦੀ ਰੂਟੀਨ ਦੇ ਮੁਤਾਬਿਕ। ਠੀਕ ਹੈ, ਦੂਜਾ ਪੰਜਾਬੀ ਜ਼ੁਬਾਨ ਅਸੀਂ ਅਗਰ ਪੇਪਰ 'ਚ ਆਪਟ ਕਰਾਂਗੇ ਤਾਂ ਦੂਜਾ ਫਾਇਦਾ ਇਹ ਹੈ ਉਹਦਾ ਕਿ ਪੰਜਾਬੀ ਜ਼ੁਬਾਨ ਦੇ ਨਾਲ ਸਾਡੀ ਮਦਰ ਯਾਨੀ ਕਿ ਸਾਡੀ ਮਾਂ ਬੋਲੀ ਜ਼ੁਬਾਨ ਹੈ ਪੰਜਾਬੀ ਤੇ ਅਸੀਂ ਇਹਨੂੰ ਪ੍ਰਮੋਟ ਕਰਾਂਗੇ। ਠੀਕ ਹੈ, ਦੂਸਰਾ ਅਗਰ ਮੈਂ ਤੁਹਾਨੂੰ ਇੱਧਰ ਲੌਜਿਕ ਦੇਵਾਂ ਤੇ ਉਹ ਇਹ ਹੋ ਸਕਦੀ ਹੈ ਕਿ ਚੂੰਕਿ ਉਰਦੂ ਇੱਕ ਲਾਜ਼ਮੀ ਮਜ਼ਮੂਨ ਦੇ ਤੌਰ 'ਤੇ ਅਸੀਂ ਗ੍ਰੈਜੂਏਸ਼ਨ ਤੱਕ ਪੜ੍ਹਦੇ ਆ ਰਹੇ ਹਾਂ ਤੇ ਉਰਦੂ ਦੇ ਨਾਲ ਤਕਰੀਬਨ ਪੰਜਾਬੀ ਦਾ 60% ਤਾਲੁਕ ਹੈ। ਯਾਨੀ ਕਿ ਥੋੜ੍ਹਾ ਜਿਹੀ ਲਫ਼ਜ਼ਾਂ ਦੀ ਤੋੜ ਮੋੜ ਕਰਕੇ ਜਿਹਨੂੰ ਉਰਦੂ ਅੱਛੀ ਲਿਖਣੀ ਆਉਂਦੀ ਹੈ ਜਾਂ ਪੜ੍ਹਨੀ ਆਉਂਦੀ ਹੈ ਉਹ ਪੰਜਾਬੀ ਨੂੰ ਬੜੀ ਆਸਾਨੀ ਨਾਲ ਲਿਖ ਪੜ੍ਹ ਸਕਦਾ ਹੈ। ਠੀਕ ਹੈ, ਤੇ ਇਹ ਵੀ ਤੁਹਾਨੂੰ ਇੱਕ ਬੜਾ ਫਾਇਦਾ ਹੈ। ਤੀਸਰੇ ਨੰਬਰ 'ਤੇ ਅਸੀਂ ਪੰਜਾਬੀ ਗਾਣੇ ਵੀ ਸੁਣਦੇ ਹਾਂ ਤੇ ਸਾਰੇ ਪੰਜਾਬੀ ਦੇ ਨਾਲ ਸਾਡਾ ਇੱਕ ਸਾਡੇ ਦਿਲਾਂ ਦਾ ਕਨੈਕਸ਼ਨ ਜੁੜਿਆ ਹੋਇਆ ਪੰਜਾਬੀ ਜ਼ੁਬਾਨ ਦੇ ਨਾਲ, ਤੇ ਇਸ ਲਈ ਵੀ। ਔਰ ਇਸ ਤੋਂ ਬਾਹਰੋਂ ਪੇਪਰ ਜਿਹੜਾ ਚੈੱਕਰ ਹੁੰਦਾ ਜਿਹਨੂੰ ਐਗਜ਼ਾਮੀਨਰ ਕਹਿੰਦੇ ਹਾਂ ਅਸੀਂ,
ਐਗਜ਼ਾਮੀਨਰ ਦਾ ਦਿਲ ਵੀ ਖੁਸ਼ ਹੋ ਜਾਂਦਾ ਕਿ ਹਾਂ ਵੀ ਇਸ ਬੱਚੇ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ, ਯਾਨੀ ਕਿ ਸਾਡੀ ਮਾਂ ਬੋਲੀ ਜ਼ਬਾਨ ਨੂੰ ਪ੍ਰਮੋਟ ਕਰਨ ਲਈ ਆਪਟ ਕੀਤਾ ਹੋਇਆ, ਤੇ ਇਸ ਲਈ ਉਹ ਬੜਾ ਦਿਲ ਖੋਲ੍ਹ ਕੇ ਨੰਬਰ ਦਿੰਦਾ, ਬਸ਼ਰਤੇ ਕਿ ਤੁਸੀਂ ਠੀਕ ਲਿਖਿਆ ਹੋਏ। ਉਰਦੂ ਅਤੇ ਪੰਜਾਬੀ 'ਚ ਤੁਹਾਨੂੰ ਬੁਨਿਆਦੀ ਫ਼ਰਕ ਪਤਾ ਹੋਵੇ ਤੇ ਬਹੁਤ ਚੰਗੇ ਨੰਬਰ ਤੁਸੀਂ 70 ਤੋਂ ਲੈ ਕੇ 85 ਤੱਕ ਨੰਬਰ ਤੁਸੀਂ ਬੜੀ ਆਸਾਨੀ ਨਾਲ ਤੇ ਥੋੜ੍ਹੀ ਜਿਹੀ ਮਿਹਨਤ ਨਾਲ ਲੈ ਸਕਦੇ ਹੋ। ਇੱਥੇ ਅਸੀਂ ਅੱਜ ਦੇ ਲੈਕਚਰ ਦਾ ਇਖਤਤਾਮ ਕਰਾਂਗੇ। ਇਨਸ਼ਾਅੱਲਾ ਅਗਲੇ ਲੈਕਚਰ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ।